ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਹੁਣ ਸ਼੍ਰੀ ਸੁਖਮਨੀ ਸਾਹਿਬ ਦੀ 11ਵੀਂ ਅਸ਼ਟਪਦੀ ਦੀ 6ਵੀਂ ਪੌੜੀ ਤੋਂ ਵਿਆਖਿਆ ਸਰਵਣ ਕਰੋ। ਮਹਾਰਾਜ ਕਿਰਪਾ ਕਰਦੇ ਹਨ। ਕਬਹੂ ਨਿਰਤ ਕਰੈ ਬਹੁ ਭਾਂਤ। ਹੁਣ ਇਹ ਜਿਹੜੀ ਅਸ਼ਟਪਦੀ ਹੈ, ਇਸ ਅਸ਼ਟਪਦੀ ਦੇ ਵਿੱਚ ਸਤਿਗੁਰੂ ਜੀ ਨੇ ਇਹ ਜਿਹੜਾ ਜੀਵ ਹੈ ਨਾ, ਇਹਨੂੰ ਪਰਤੰਤਰ ਦੱਸਿਆ। ਇਹ ਸੁਤੰਤਰ ਨਹੀਂ, ਮਤਲਬ ਇਹ ਆਜ਼ਾਦ ਨਹੀਂ ਹੈ। ਇਹ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਦਾ। ਇਹਨੂੰ ਜੋ ਵਾਹਿਗੁਰੂ ਵੱਲੋਂ ਹੁਕਮ ਹੁੰਦਾ ਉਹ ਕਰਨਾ ਪੈਂਦਾ। ਹੁਣ ਇੱਥੇ ਸਤਿਗੁਰੂ ਕਹਿੰਦੇ ਕਬਹੂ ਨਿਰਤ ਕਰੈ ਬਹੁ ਭਾਂਤ। ਕਦੇ ਤਾਂ ਮਹਾਰਾਜ ਕਹਿਣ ਲੱਗੇ ਇਹ ਬੜੇ ਤਰੀਕਿਆਂ ਦੇ ਨਾਲ ਨਿਰਤਕਾਰੀਆਂ ਕਰਦਾ। ਵੈਸੇ ਤਾਂ ਨਿਰਤ ਦਾ ਮਤਲਬ ਹੁੰਦਾ ਨਾਚ, ਡਾਂਸ ਹੈ ਜਿਹੜਾ। ਇੱਥੇ ਨਿਰਤ ਦਾ ਮਤਲਬ ਇਹ ਹੈ ਵੀ ਚੇਸ਼ਟਾ। ਕਬਹੂ ਨਿਰਤ ਕਰੈ ਬਹੁ ਭਾਂਤ। ਕਈ ਵਾਰ ਮਹਾਰਾਜ ਕਹਿੰਦੇ ਕਦੇ ਤਾਂ ਇਹ ਬੜੇ ਤਰੀਕਿਆਂ ਦੇ ਨਾਲ, ਬੜੇ ਭਾਂਤ ਦੇ ਨਾਲ ਉਦਮ ਕਰਦਾ, ਚੇਸ਼ਟਾ ਕਰਦਾ, ਪਦਾਰਥਾਂ ਵਾਸਤੇ ਜਾਂ ਹੋਰ ਕਿਸੇ ਪ੍ਰਕਾਰ ਬੜਾ ਉਦਮੀ ਅਖਵਾਉਂਦਾ, ਬੜਾ ਹਿੰਮਤੀ ਹੁੰਦਾ, ਹਰ ਵਕਤ ਐਕਟਿਵ ਰਹਿੰਦਾ। ਅੱਗੇ ਮਹਾਰਾਜ ਕਹਿੰਦੇ ਕਬਹੂ ਸੋਏ ਰਹਿ ਦਿਨ ਰਾਤ। ਤੇ ਕਦੇ ਤਾਂ ਮਹਾਰਾਜ ਕਹਿੰਦੇ ਦਿਨ ਰਾਤ ਸੁੱਤਾ ਹੀ ਰਹਿੰਦਾ। ਇੰਨਾ ਇਸ ਨੂੰ ਦਲਿੱਦਰ ਪਿਆ ਰਹਿੰਦਾ, ਐਡਾ ਆਲਸੀ ਹੁੰਦਾ। ਤੇ ਮਾੜਾ ਜਿਹਾ ਵੀ ਕੋਈ ਇੱਧਰੋਂ ਉੱਧਰੋਂ ਡੱਕਾ ਚੱਕ ਕੇ ਨਹੀਂ ਪਾਸੇ ਹਿਲਾਉਂਦਾ, ਐਡਾ ਆਲਸੀ ਹੋ ਜਾਂਦਾ। ਮਹਾਰਾਜ ਕਹਿਣ ਲੱਗੇ ਕਦੇ ਤਾਂ ਬਹੁਤਾ ਆਲਸੀ ਉਹ ਹੋ ਜਾਂਦਾ, ਤੇ ਕਦੇ ਮਹਾਰਾਜ ਕਹਿਣ ਲੱਗੇ ਸੁੱਤਾ ਹੀ ਰਹਿੰਦਾ ਦਿਨ ਰਾਤ, ਤੇ ਕਦੇ ਸਤਿਗੁਰੂ ਕਹਿਣ ਲੱਗੇ ਉਦਮੀ ਬੜਾ ਬਣ ਜਾਂਦਾ। ਅੱਗੇ ਮਹਾਰਾਜ ਕਹਿੰਦੇ ਕਬਹੂ ਮਹਾ ਕ੍ਰੋਧ ਵਿਕਰਾਲ। ਕਿਤੇ ਤਾਂ ਮਹਾਰਾਜ ਕਹਿਣ ਲੱਗੇ ਇੰਨਾ ਕ੍ਰੋਧ ਦੇ ਵਿੱਚ ਆ ਜਾਂਦਾ, ਤੇ ਇੰਨਾ ਮਹਾਰਾਜ ਕਹਿਣ ਲੱਗੇ ਕ੍ਰੋਧ ਵਿੱਚ ਆ ਕੇ ਬਹੁਤਾ ਡਰਾਵਣਾ ਹੀ ਲੱਗਦਾ, ਬਹੁਤਾ ਵਿਕਰਾਲ ਭਿਆਨਕ ਰੂਪ ਧਾਰਨ ਕਰ ਲੈਂਦਾ। ਵੀ ਜਿਵੇਂ ਇਹਦੇ ਵਰਗਾ ਕੋਈ ਗੁਸੈਲ ਹੀ ਨਹੀਂ ਹੈਗਾ, ਬਹੁਤਾ ਭਿਆਨਕ ਜਿਹਾ ਸਰੂਪ ਧਾਰਨ ਕਰ ਲੈਂਦਾ, ਬੜਾ ਕ੍ਰੋਧੀ ਹੋ ਜਾਂਦਾ, ਕੁਛ ਤੋਂ ਕੁਛ ਕਰ ਦਿੰਦਾ ਹੈ, ਤਬਾਹੀ ਮਚਾ ਦਿੰਦਾ। ਐਡਾ ਕ੍ਰੋਧ ਇਹਦੇ ਅੰਦਰ ਆ ਜਾਂਦਾ। ਕਿਉਂਕਿ ਮਹਾਰਾਜ ਬਚਨ ਕਰਦੇ ਇਹ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਮਹਾਰਾਜ ਕਹਿਣ ਲੱਗੇ ਜਿਹੜੀ ਲੜਾਈ ਹੈ ਨਾ, ਲੜਾਈ ਦੀ ਜੜ ਹੈ ਨਾ ਜਿਹੜੀ, ਉਹ ਹੈ ਹੀ ਕ੍ਰੋਧ ਹੈ, ਗੁੱਸਾ। ਜਦੋਂ ਬੰਦੇ ਦੇ ਅੰਦਰ ਗੁੱਸਾ ਆਉਂਦਾ, ਮਹਾਰਾਜ ਕਹਿਣ ਲੱਗੇ ਇਹਦੇ ਅੰਦਰੋਂ ਦਇਆ ਹੈ ਨਾ ਜਿਹੜੀ, ਇਹਦੇ ਅੰਦਰ ਦੀ ਜਿਹੜੀ ਕਾਈਂਡਨੈਸ ਹੈ, ਇਹਦੇ ਅੰਦਰ ਦੀ ਜਿਹੜੀ, ਇਹਦੇ ਅੰਦਰ ਦਾ ਜਿਹੜਾ ਰਹਿਮ ਹੈ, ਉਹ ਨਸ਼ਟ ਹੋ ਜਾਂਦਾ ਕ੍ਰੋਧ ਆਉਣ ਤੇ। ਇਹ ਨਿਰਦਈ ਹੋ ਜਾਂਦਾ, ਵੈਰੀ ਕਰੂਅਲ ਹੋ ਜਾਂਦਾ। ਮਹਾਰਾਜ ਕਹਿਣ ਲੱਗੇ ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਇਹਦੇ ਅੰਦਰ ਬਿਲਕੁਲ ਵੀ ਮਹਾਰਾਜ ਕਹਿੰਦੇ ਦਇਆ ਨਹੀਂ ਰਹਿ ਜਾਂਦੀ। ਵਿਖਿਅੰਤ ਜੀਵੰ ਨਿਰਤਯੰ ਕ੍ਰੋਧ, ਨਿਰਤਯੰ ਕ੍ਰੋਧ ਜਥਾ ਮਰਕਟ ਹੈ। ਮਹਾਰਾਜ ਕਹਿਣ ਲੱਗੇ ਫਿਰ ਇਦਾਂ ਮਹਾਰਾਜ ਕਹਿੰਦੇ ਕ੍ਰੋਧ ਦੇ ਵਿੱਚ ਆ ਕੇ ਟਪੂਸੀਆਂ ਮਾਰਦਾ ਫਿਰਦਾ। ਫਿਰ ਮਹਾਰਾਜ ਕਹਿੰਦੇ ਨੱਚਦਾ ਹੀ ਫਿਰਦਾ, ਜਿਵੇਂ ਬਾਂਦਰ ਨਹੀਂ ਟੱਪਦਾ ਫਿਰਦਾ ਹੁੰਦਾ, ਕ੍ਰੋਧ ਦੇ ਵਿੱਚ ਇਦਾਂ ਹੀ ਟੱਪਦਾ ਫਿਰਦਾ, ਜਿਵੇਂ ਮੈਂ ਆਹ ਕਰ ਦੂੰਗਾ, ਉਹ ਕਰ ਦੂੰਗਾ। ਐਸੀ ਇਸ ਦੀ ਕ੍ਰੋਧ ਵਿੱਚ ਹਾਲਤ ਹੋ ਜਾਂਦੀ। ਮਹਾਰਾਜ ਕਹਿੰਦੇ ਬਹੁਤਾ ਵਿਕਰਾਲ ਬਣ ਜਾਂਦਾ ਕ੍ਰੋਧ ਕਰਕੇ। ਇਸੇ ਕਰਕੇ ਫਰੀਦ ਜੀ ਨੇ ਬਚਨ ਆਖੇ ਆ। ਮਹਾਰਾਜ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਇੱਥੋਂ ਤੱਕ ਮਹਾਰਾਜ ਕਹਿੰਦੇ ਗੁੱਸਾ ਨਾ ਕਰਿਆ ਕਰ, ਕ੍ਰੋਧ ਨਾ ਕਰਿਆ ਕਰ। ਜੇ ਤੇਰੇ ਨਾਲ ਕੋਈ ਬੁਰਾ ਵਿਹਾਰ ਵੀ ਕਰਦਾ ਨਾ, ਜੇ ਤੇਰੇ ਨਾਲ ਕੋਈ ਬੁਰਾ ਦੁਰਵਿਹਾਰ ਵੀ ਕਰਦਾ, ਤੇ ਮਹਾਰਾਜ ਕਹਿਣ ਲੱਗੇ ਉਹਦਾ ਵੀ ਭਲਾ ਸੋਚਿਆ ਕਰ, ਉਹਦਾ ਵੀ ਭਲਾ ਕਰਿਆ ਕਰ। ਹੁਣ ਸਾਡੇ 'ਚ ਕੌਣ ਹੈ ਜਿਹੜਾ ਬੁਰੇ ਦਾ ਭਲਾ ਕਰਦਾ ਹੋਵੇ? ਅਸੀਂ ਤਾਂ ਚੰਗਿਆਂ ਦਾ ਚੰਗਾ ਕਰਨ ਵਾਲੇ ਹਾਂ। ਜਿਹੜੇ ਸਾਡੇ ਨਾਲ ਚੰਗੇ, ਅਸੀਂ ਵੀ ਉਹਨਾਂ ਦਾ ਚੰਗਾ ਕਰਦੇ। ਇੱਥੋਂ ਤੱਕ ਤਾਂ ਇਹ ਵੀ ਕਹਿ ਨਹੀਂ ਸਕਦੇ, ਸਾਡਾ ਤਾਂ ਸੁਭਾਅ ਇਹੋ ਜਿਹਾ ਵੀ ਜੇ ਕੋਈ ਸਾਡੇ ਨਾਲ ਚੰਗਾ ਕਰਦਾ ਅਸੀਂ ਫਿਰ ਵੀ ਉਹਦਾ ਬੁਰਾ ਕਰ ਦਿੰਦੇ। ਬੁਰੇ ਦਾ ਚੰਗਾ ਕਿੱਥੋਂ ਕਰਾਂਗੇ ਅਸੀਂ? ਫਰੀਦ ਜੀ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ। ਮਹਾਰਾਜ ਕਹਿਣ ਲੱਗੇ ਆਪਣੇ ਮਨ ਵਿੱਚ ਗੁੱਸਾ ਨਾ ਚੱਕੀ ਰੱਖੀ ਫਿਰਿਆ ਕਰ। ਮਹਾਰਾਜ ਕਹਿਣ ਲੱਗੇ ਸਗੋਂ ਬੁਰੇ ਦਾ ਵੀ ਚੰਗਾ ਕਰਨਾ ਸਿੱਖ। ਅੰਦਰ ਆਪਣੇ ਨਾ ਇਹ ਖਿਮਾ ਵਾਲਾ ਗੁਣ ਪੈਦਾ ਕਰ, ਇਹਦੇ ਨਾਲ ਤੈਨੂੰ ਫਾਇਦਾ ਬੜਾ ਹੋਣਾ। ਮਹਾਰਾਜ ਕਹਿੰਦੇ ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ,
ਮਹਾਰਾਜ ਕਹਿੰਦੇ ਤੇਰੀ ਦੇਹ ਨੂੰ ਨਾ, ਸਰੀਰ ਨੂੰ ਕਦੇ ਰੋਗ ਨਹੀਂ ਲੱਗੂਗਾ ਜੇ ਤੂੰ ਗੁੱਸਾ ਕਰਨਾ ਹਟ ਜੇ, ਬੁਰੇ ਦਾ ਭਲਾ ਕਰਨ ਲੱਗ ਪਵੇਂ ਜੇ ਕਿਤੇ ਤੂੰ। ਪੱਲੇ ਸਭ ਕੁਝ ਪਾਏ, ਪਰਮਾਤਮਾ ਦੀ ਕਿਰਪਾ ਦੇ ਨਾਲ ਸਭ ਕੁਝ ਤੇਰੇ ਪੱਲੇ 'ਚ ਆ ਪਊਗਾ। ਮਾਰ ਸਾਰੀਆਂ ਦਾਤਾਂ ਤੈਨੂੰ ਵਾਹਿਗੁਰੂ ਬਖਸ਼ ਦੂਗਾ ਜੇ ਤੇਰੇ ਅੰਦਰ ਇਹ ਗੁਣ ਆ ਜਾਵੇ ਨਾ, ਕਿਤੇ ਬੁਰੇ ਦਾ ਭਲਾ ਕਰਨ ਵਾਲਾ, ਜੇ ਤੂੰ ਖਿਮਾ ਕਰਨ ਲੱਗ ਪਵੇਂ ਕਿਤੇ। ਦੇਖ ਲੈ ਕਿੱਡੀਆਂ ਬਖਸ਼ਿਸ਼ਾਂ ਹੋਣਗੀਆਂ। ਇਸ ਕਰਕੇ ਬੁਰੇ ਦਾ ਵੀ ਭਲਾ ਕਰਨਾ ਸਿੱਖੀਏ, ਭਲੇ ਦਾ ਤਾਂ ਭਲਾ ਕਰਨਾ ਹੀ ਆ, ਗੁੱਸਾ ਨਹੀਂ ਕਰਨਾ। ਅੱਗੇ ਮਹਾਰਾਜ ਕਹਿਣ ਲੱਗੇ ਕਬਹੂ ਸਰਬ ਕੀ ਹੋ ਤਰਵਾਲ। ਕਦੇ ਤਾਂ ਮਹਾਰਾਜ ਕਹਿਣ ਲੱਗੇ ਇੰਨੀ ਨਿਮਰਤਾ 'ਚ ਆ ਜਾਂਦਾ, ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਜਾਂਦਾ। ਮਹਾਰਾਜ ਕਹਿਣ ਲੱਗੇ ਇੰਨਾ ਨੀਵਾਂ ਹੋ ਜਾਂਦਾ। ਮਹਾਰਾਜ ਕਹਿਣ ਲੱਗੇ ਇੰਨੀ ਨਿਮਰਤਾ ਆ ਜਾਂਦੀ ਇਹਦੇ ਅੰਦਰ। ਕਬਹੂ ਭੇਖਾਰੀ ਕਬਹੂ ਹੋਏ ਬਹਿ ਬੜ ਰਾਜਾ। ਕਿਤੇ ਤਾਂ ਮਹਾਰਾਜ ਕਹਿੰਦੇ ਬਹੁਤ ਵੱਡਾ ਰਾਜਾ ਬਣ ਬੈਠਦਾ, ਐਡਾ ਇਸ ਦਾ ਦਿਲ ਵੱਡਾ ਬਣ ਜਾਂਦਾ, ਐਡਾ ਇਸ ਦਾ ਦਿਲ ਉਦਾਰ ਹੋ ਜਾਂਦਾ। ਫਿਰ ਤਾਂ ਆਪਣੀ ਚੀਜ਼ ਦੇ ਵਿੱਚੋਂ ਵੀ ਦੂਜੇ ਨੂੰ ਦੇ ਦੂਗਾ, ਆਪਣੇ ਹਿੱਸੇ ਦੇ ਵਿੱਚੋਂ ਵੀ ਦੂਜੇ ਨੂੰ ਦੇ ਦੂਗਾ। ਇਉਂ ਰਾਜਾ ਬਣ ਕੇ ਬਹਿ ਜੂਗਾ। ਮਹਾਰਾਜ ਕਹਿਣ ਲੱਗੇ ਮਤਲਬ ਰਾਜੇ ਦਾ ਇੱਥੇ ਇਹ ਹੈ ਵੀ ਮਤਲਬ ਵੀ ਬਹੁਤਾ ਸਬਰ ਤੇ ਸੰਤੋਖ ਵਾਲਾ, ਖੁੱਲੇ ਦਿਲ ਵਾਲਾ, ਬੜਾ ਨੀਤ ਦਾ ਰੱਜਿਆ ਬਣ ਜਾਂਦਾ। ਕਬਹੂ ਭੇਖਾਰੀ ਨੀਚ ਕਾ ਸਾਜਾ। ਕਦੇ ਮਹਾਰਾਜ ਕਹਿੰਦੇ ਨੀਚ ਭਿਖਾਰੀਆਂ ਵਾਲਾ ਹੀ ਸਾਜ ਬਣਾ ਲੈਂਦਾ, ਵੀ ਜਾਨੀ ਕਿ ਰੱਜਦਾ ਹੀ ਨਹੀਂ ਹੈਗਾ, ਫਿਰ ਵੀ ਮੰਗਦਾ ਹੀ ਰਹੂਗਾ ਲੋਕਾਂ ਦੇ ਕੋਲ। ਜਿਵੇਂ ਨਾ ਜਿਹੜਾ ਇਹ ਹੋਇਆ ਨਾ ਪਰਸਰਾਮ ਹੋਇਆ, ਇਹ ਪਰਸਰਾਮ ਨੇ ਨਾ ਜੀ ਦੁਨੀਆ ਦੇ ਉੱਤੋਂ 21 ਵਾਰ ਛਤਰੀਆਂ ਨੂੰ ਨਾਸ ਕੀਤਾ, ਤੇ ਛਤਰੀਆਂ ਤੋਂ ਨਾ ਰਾਜ ਭਾਗ ਖੋ ਕੇ ਇਸ ਨੇ ਬ੍ਰਾਹਮਣਾਂ ਨੂੰ ਦਿੱਤਾ। 21 ਵਾਰ ਛਤਰੀਆਂ ਨੂੰ ਧਰਤੀ ਤੋਂ ਖਤਮ ਕਰਕੇ, ਕਿਉਂਕਿ ਛਤਰੀ ਰਾਜ ਭਾਗ ਰਾਜੇ ਹੁੰਦੇ ਸੀ, ਰਾਜਿਆਂ ਦੇ ਰਜਵਾੜਿਆਂ ਦੇ ਮਾਲਕ ਹੁੰਦੇ। ਇਹਨਾਂ ਨੂੰ 21 ਵਾਰ ਖਤਮ ਕੀਤਾ, ਕਿਉਂਕਿ ਛਤਰੀ ਜਿਹੜਾ ਸਹਿਸਰ ਬਾਹੂ ਸੀ ਨਾ, ਉਹਨੇ ਇਹਦੇ ਪਿਤਾ ਨੂੰ ਕਤਲ ਕੀਤਾ ਸੀ। ਇਸ ਕਰਕੇ ਇਹਨੇ ਪਰਨ ਕੀਤਾ ਸੀ ਮੈਂ ਛਤਰੀ ਨਹੀਂ ਰਹਿਣ ਦਿੰਦਾ ਕੋਈ। ਇਹਨੇ ਛਤਰੀਆਂ ਨੂੰ ਮਾਰ ਕੇ ਬ੍ਰਾਹਮਣਾਂ ਨੂੰ ਰਾਜ ਦਿੱਤਾ। 21 ਵਾਰੀ ਛਤਰੀ ਮਾਰੇ। ਤੇ ਫਿਰ ਜਦੋਂ ਬਣ ਨੂੰ ਚਲਿਆ ਗਿਆ ਨਾ, ਤੇ ਬਾਅਦ ਦੇ ਵਿੱਚ ਜਦੋਂ ਆ ਕੇ ਇਸਨੇ ਦੇਖਿਆ ਉਹੀ ਬ੍ਰਾਹਮਣ ਫਿਰ ਲੋਕਾਂ ਦੇ ਘਰ ਭਿਕਸ਼ਾ ਮੰਗਦੇ ਫਿਰਦੇ, ਉਹ ਬੜਾ ਦੁਖੀ ਹੋਇਆ। ਕਹਿੰਦਾ ਲੈ ਮੈਂ ਇਹਨਾਂ ਨੂੰ ਕਹਿਣ ਲੱਗਾ ਰਾਜ ਭਾਗ ਦਿੱਤਾ, ਰਾਜੇ ਬਣਾਏ, ਫਿਰ ਵੀ ਮੰਗਣ ਵਾਲੀ ਆਦਤ ਨਹੀਂ ਛੱਡਦੇ ਹੈ, ਫਿਰ ਵੀ ਭਿਕਸ਼ਾ ਮੰਗ ਰਹੇ ਲੋਕਾਂ ਦੇ ਘਰੋਂ ਜਾ ਕੇ। ਮਤਲਬ ਕਈ ਵਾਰ ਮਹਾਰਾਜ ਕਹਿੰਦੇ ਸਾਰੇ ਪਦਾਰਥ ਹੋਣ ਦੇ ਬਾਵਜੂਦ ਵੀ ਰੱਜਦਾ ਨਹੀਂ ਬੰਦਾ, ਨੀਚ ਭਿਖਾਰੀਆਂ ਵਾਲਾ ਸਾਜ ਬਣਾ ਲੈਂਦਾ, ਮੰਗਦਾ ਹੀ ਫਿਰਦਾ ਰਹਿੰਦਾ। ਕਬਹੂ ਅਪਕੀਰਤ ਮਹਿ ਆਵੈ। ਮਹਾਰਾਜ ਕਹਿੰਦੇ ਕਈ ਵਾਰ ਤਾਂ ਇਹੋ ਜਿਹਾ ਮਾੜਾ ਕਰਮ ਕਰ ਦਿੰਦਾ ਨਾ, ਲੋਕ ਇਹਦੇ ਤੇ ਥੂ ਥੂ ਕਰਦੇ ਐ, ਇਹਦਾ ਕੁਜਸ ਕਰਦੇ, ਇਹਦੀ ਅਪਕੀਰਤੀ ਕਰਦੇ, ਗਾਲਾਂ ਕੱਢਦੇ ਐ ਇਸ ਨੂੰ। ਕਬਹੂ ਭਲਾ ਭਲਾ ਕਹਾਵੈ। ਤੇ ਕਦੇ ਮਹਾਰਾਜ ਸਤਿਗੁਰੂ ਕਹਿੰਦੇ ਇਹੋ ਜਿਹੇ ਸੋਹਣੇ ਚੰਗੇ ਕਰਮ ਕਰਦਾ, ਹਰ ਇੱਕ ਬੰਦਾ ਇਹਨੂੰ ਕਹਿੰਦੇ ਬੜਾ ਭਲਾ ਬਈ ਬੰਦਾ, ਬੜਾ ਭਲਾ, ਸਾਰੇ ਭਲਾ ਭਲਾ ਕਹਿੰਦੇ ਇਸ ਨੂੰ, ਆਪਣੇ ਆਪ ਨੂੰ ਭਲਾ ਭਲਾ ਚੰਗਾ ਚੰਗਾ ਅਖਵਾਉਂਦਾ। ਕਿਤੇ ਤਾਂ ਮਹਾਰਾਜ ਦੀ ਐਸੀ ਕਿਰਪਾ ਹੋ ਜਾਂਦੀ ਹੈ ਚੰਗਾ ਕਰਮ ਕਰਕੇ। ਤੇ ਜਿਵੇਂ ਤੁਸੀਂ ਦੇਖਿਆ ਸੀ ਨਾ ਕਰੋਨਾ ਕਾਲ ਦੇ ਵਿੱਚ, ਪੰਜਾਬ ਦੇ ਵਿੱਚ, ਹੋਰ ਸਟੇਟਾਂ ਦੇ ਵਿੱਚ ਵੀ ਕਈ ਐਸੇ ਪੁਲਿਸ ਵਾਲੇ ਸੀ ਜਿਨ੍ਹਾਂ ਨੇ ਨਿਰਦੋਸ਼ ਬੰਦਿਆਂ ਨੂੰ ਘਰੋਂ ਜਾ ਜਾ ਕੇ ਕੁੱਟਿਆ, ਤੇ ਲੋਕਾਂ ਨੇ ਬੜੀ ਥੂ ਥੂ ਕੀਤੀ, ਬੜਿਆਂ ਪਿੰਡਾਂ ਦੇ ਵਿੱਚੋਂ ਲੋਕਾਂ ਨੇ ਭਜਾਇਆ। ਤੇ ਫਿਰ ਕਈ ਉਹੀ ਪੁਲਿਸ ਵਾਲੇ ਸੀ ਉਹਨਾਂ ਦੇ ਵਿੱਚ ਜਿਹੜੇ ਜਾ ਜਾ ਕੇ ਰਾਸ਼ਨ ਵੰਡਦੇ ਸੀ, ਮਾਸਕ ਦੇ ਦੇਣੇ ਲੋਕਾਂ ਨੂੰ ਫਰੀ ਦੇ ਵਿੱਚ। ਕਈ ਇੰਨੇ ਕੰਮ ਵਧੀਆ ਕਰ ਰਹੇ ਸੀ, ਉਹਨਾਂ ਨੂੰ ਲੋਕ ਭਲੇ ਭਲੇ ਵੀ ਕਹੀ ਜਾਂਦੇ ਸਨ। ਕਦੇ ਭਲੇ, ਕਦੇ ਤਾਂ ਮਾੜੇ ਕਰਮ ਕਰਕੇ ਮਾੜੇ ਹੀ ਬਣੇ, ਕਦੇ ਫਿਰ ਲੋਕ ਚੰਗਾ ਕਰਮ ਕੀਤਾ ਭਲਾ ਭਲਾ ਕਹਿਣ ਲੱਗ ਪਏ। ਨਾ ਬਈ ਸਾਰੇ ਪੁਲਿਸ ਵਾਲੇ ਇੱਕੋ ਜਿਹੇ ਨਹੀਂ ਹੁੰਦੇ। ਇੱਕ ਉਦਾਹਰਣ ਦਿੱਤੀ ਹੈ ਮੈਂ। ਮਹਾਰਾਜ ਕਹਿੰਦੇ ਕਈ ਵਾਰ ਤਾਂ ਮਾੜਾ ਕਰਮ ਕਰਕੇ ਥੂ ਥੂ ਕਰਵਾਈ ਜਾਂਦਾ ਬੰਦਾ, ਤੇ ਕਿਤੇ ਮਹਾਰਾਜ ਕਹਿਣ ਲੱਗੇ ਐਸੀ ਹਾਲਤ ਹੁੰਦੀ ਹੈ ਚੰਗਾ ਕਰਮ ਕਰਦਾ ਤੇ ਲੋਕ ਇਹਨੂੰ ਕਹਿੰਦੇ ਵਾਹ ਬਈ ਵਾਹ ਬਹੁਤ ਭਲਾ ਇਨਸਾਨ ਹੈ, ਬਹੁਤ ਚੰਗਾ ਵਾ। ਤੇ ਮਹਾਰਾਜ ਕਹਿਣ ਲੱਗੇ ਅਸਲ ਦੇ ਵਿੱਚ ਜਿਉਂ ਪ੍ਰਭ ਰਾਖੈ ਤਿਵ ਹੀ ਰਹਿ। ਅਸਲ ਦੇ ਵਿੱਚ ਬੰਦੇ ਦਾ ਵੀ ਕੋਈ ਕਸੂਰ ਨਹੀਂ, ਇਹਦੇ ਹੱਥ 'ਚ ਹੈ ਹੀ ਨਹੀਂ ਕੁਛ। ਇਹ ਤਾਂ ਜਿਵੇਂ ਵਾਹਿਗੁਰੂ ਇਸ ਨੂੰ ਰੱਖਦਾ ਨਾ, ਇਹ ਉਸੇ ਤਰ੍ਹਾਂ ਰਹਿੰਦਾ। ਜੇ ਵਾਹਿਗੁਰੂ ਨੇ ਇਹਨੂੰ ਚੰਗਾ ਬਣਾ ਕੇ ਰੱਖਿਆ ਤੇ ਚੰਗਾ ਹੀ ਬਣਿਆ ਰਹੂਗਾ, ਜੇ ਵਾਹਿਗੁਰੂ ਨੇ ਇਹਦੀ ਮੱਤ ਮਾਰਤੀ ਇਹ ਬੁਰਾ ਹੀ ਬਣਿਆ ਰਹੂਗਾ।
ਅਸਲ ਦੇ ਵਿੱਚ ਜਿਉਂ ਪ੍ਰਭ ਰਾਖੈ ਤਿਵ ਹੀ ਰਹੈ। ਜਿਵੇਂ ਪ੍ਰਭੂ ਇਸ ਨੂੰ ਰੱਖਦਾ ਇਹ ਉਦਾਂ ਹੀ ਰਹਿੰਦਾ। ਗੁਰ ਪ੍ਰਸਾਦ ਨਾਨਕ ਸੱਚ ਕਹਿ। ਕਹਿੰਦੇ ਅਸੀਂ ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਇਹ ਤੁਹਾਨੂੰ ਸੱਚਾ ਬਚਨ ਕਹਿ ਰਹੇ ਹਾਂ। ਕੋਈ ਗੱਲ ਸਾਡੀ ਇਹ ਝੂਠ ਨਾ ਸਮਝਿਓ, ਇਹ ਤੁਹਾਨੂੰ ਸੱਚਾ ਬਚਨ ਆਖਦੇ ਆ। ਮਹਾਰਾਜ ਕਹਿਣ ਲੱਗੇ ਅਗਲੀ ਪੌੜੀ 'ਚ ਸਤਿਗੁਰੂ ਕਹਿੰਦੇ ਕਬਹੂ ਹੋਏ ਪੰਡਿਤ ਕਰੇ ਬਖਿਆਨ। ਮਹਾਰਾਜ ਕਹਿਣ ਲੱਗੇ ਕਈ ਵਾਰ ਤਾਂ ਨਾ ਜੇ ਬਹੁਤਾ ਸਮਝਦਾਰ ਬਣ ਜਾਂਦਾ, ਬੜਾ ਪੰਡਿਤ ਵਿਦਵਾਨ ਬਣ ਜਾਂਦਾ, ਤੇ ਪੰਡਿਤ ਵਿਦਵਾਨ ਬਣ ਕੇ ਫਿਰ ਲੋਕਾਂ ਨੂੰ ਉਪਦੇਸ਼ ਬਖਿਆਨ ਕਰਦਾ, ਲੋਕਾਂ ਨੂੰ ਚੰਗੀਆਂ ਗੱਲਾਂ ਦੱਸਦਾ, ਸਿੱਧੇ ਰਾਹ ਪਾਉਂਦਾ ਜੀ। ਕਈ ਵਾਰ ਇਹੋ ਜਿਹਾ ਹੋ ਜਾਂਦਾ ਸਿਆਣਾ ਸਮਝਦਾਰ, ਆਪ ਵੀ ਚੰਗੇ ਰਾਹ ਚੱਲਦਾ ਤੇ ਦੁਨੀਆ ਨੂੰ ਵੀ ਚੰਗੇ ਰਾਹ ਚਲਾਉਂਦਾ ਜੀ ਉਪਦੇਸ਼ ਕਰਕੇ। ਕਬਹੂ ਮੋਨ ਧਾਰੀ ਲਾਵੇ ਧਿਆਨ। ਕਦੇ ਮਾਰੇ ਕਹਿੰਦੇ ਮੋਨ ਧਾਰ ਬੈਠਦਾ, ਬਸ ਧਿਆਨ ਲਾ ਕੇ ਬੈਠ ਜਾਂਦਾ ਪਰਮਾਤਮਾ ਦਾ, ਬੋਲਦਾ ਹੀ ਨਹੀਂ ਕਿਸੇ ਨਾਲ, ਬੁਲਾਇਆ ਤੋਂ ਵੀ ਨਹੀਂ ਬੋਲਦਾ ਹੈਗਾ। ਕਈ ਵਾਰ ਬਸ ਆਪਣੇ ਰਸ 'ਚ ਹੀ ਮਗਨ ਹੋ ਕੇ ਨਾ ਧਿਆਨ ਲਾ ਕੇ ਬੈਠ ਜਾਂਦਾ ਮੋਨ ਧਾਰ ਕੇ। ਕਈ ਵਾਰ ਪੰਡਤ ਬਣ ਕੇ ਸਿਆਣਾ ਉਪਦੇਸ਼ ਵੀ ਦੇਣ ਲੱਗ ਪੈਂਦਾ ਕਹਿੰਦੇ, ਕਦੇ ਚੁੱਪੇ ਬਹਿ ਜਾਂਦਾ। ਕਬਹੂ ਤਟ ਤੀਰਥ ਇਸਨਾਨ। ਮਹਾਰਾਜ ਕਹਿੰਦੇ ਕਦੇ ਫਿਰ ਤੀਰਥਾਂ ਦੇ ਤਟਾਂ ਤੇ ਚਲਿਆ ਜਾਂਦਾ, ਤੀਰਥਾਂ ਦੇ ਤੇ ਜਾ ਕੇ ਇਸ਼ਨਾਨ ਕਰਦਾ ਕਿਤੇ। ਕਬਹੂ ਸਿੱਧ ਸਾਧਿਕ ਮੁਖ ਗਿਆਨ। ਕਦੇ ਫਿਰ ਸਿੱਧ ਬਣ ਜਾਂਦਾ, ਸਾਧਨਾ ਸਾਧ ਕੇ ਨਾ ਜੀ, ਸਾਧਨਾ ਸਾਧਣ ਵਾਲਾ ਸਿੱਧ ਬਣ ਜਾਂਦਾ। ਕਿਉਂਕਿ ਸਿੱਧੀ ਵੀ ਇਦਾਂ ਨਹੀਂ ਨਾ ਮਿਲਦੀ। ਜੇ ਬੰਦਾ ਕਵੇ ਕਿ ਉਹ ਵੀ ਚਾਦਰ ਲੈ ਕੇ ਸੁੱਤਾ ਰਹੂਗਾ ਬੰਦਾ, ਲੰਮਾ ਹੀ ਪਿਆ ਰਹੂਗਾ, ਕੁਛ ਉਦਮੇ ਨਾ ਕਰੂਗਾ, ਸਿੱਧੀਆਂ ਮਿਲ ਜਾਣ ਨਾ। ਸਿੱਧੀਆਂ ਨੂੰ ਪ੍ਰਾਪਤ ਕਰਨ ਵਾਸਤੇ ਵੀ ਬੜੀ ਤਪੱਸਿਆ ਕਰਨੀ ਪੈਂਦੀ ਹੈ, ਬੜੇ ਸਾਧਨ ਸਾਧਣੇ ਪੈਂਦੇ। ਮਹਾਰਾਜ ਕਹਿੰਦੇ ਕਬਹੂ ਸਿੱਧ ਸਾਧਿਕ ਮੁਖ ਗਿਆਨ। ਕਦੇ ਤਾਂ ਮਹਾਰਾਜ ਕਹਿੰਦੇ ਸਾਧਨਾ ਸਾਧ ਕੇ ਸਿੱਧ ਬਣ ਜਾਂਦਾ ਸਾਧਕ ਹੋ ਕੇ, ਤੇ ਮੁਖ ਤੋਂ ਗਿਆਨ ਦੀਆਂ ਗੱਲਾਂ ਕਰਦਾ। ਫਿਰ ਕਬਹੂ ਕੀਟ ਹਸਤ ਪਤੰਗ ਹੋਏ ਜੀਆ। ਕਦੇ ਮਹਾਰਾਜ ਕਹਿਣ ਲੱਗੇ ਮੰਦ ਕਰਮ ਕਰਕੇ, ਮਾੜੇ ਕਰਮ ਕਰਕੇ ਇਸ ਦੁਨੀਆ ਤੋਂ ਚਲਿਆ ਜਾਂਦਾ, ਤੇ ਫਿਰ ਕੀੜਿਆਂ ਦੀਆਂ, ਹਾਥੀਆਂ ਦੀਆਂ, ਆ ਜਿਹੜੇ ਪਤੰਗੇ ਜਿਹੜੇ ਲਾਈਟ ਦੇ ਆਲੇ ਦੁਆਲੇ ਭਮੱਕੜ ਜੇ ਘੁੰਮਦੇ ਹੁੰਦੇ ਐ, ਇਹ ਪਤੰਗੇ ਇਹੋ ਜੀਆਂ ਜੂਨਾਂ ਦੇ ਵਿੱਚ ਹੋ ਕਰਕੇ ਜਿਉਂਦਾ ਜੀਵ ਬਣ ਕੇ। ਇਹ ਜੀਵ ਅਨੇਕ ਜੋਨ ਭਰਮੈ ਭਰਮਈਆ ਭਰਮੀਆਂ। ਤੇ ਮਹਾਰਾਜ ਕਹਿੰਦੇ ਅਨੇਕਾਂ ਜੂਨਾਂ ਦੇ ਵਿੱਚ ਭਰਮ ਦਾ ਭਰਮਾਇਆ ਹੋਇਆ ਭਰਮਦਾ ਰਹਿੰਦਾ। ਕਹਿੰਦੇ ਨੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਕਈ ਜਨਮਾਂ 'ਚ ਕਿਤੇ ਘੁੰਮਦਾ, ਕਈ ਜਨਮਾਂ 'ਚ ਕੁਝ ਬਣ ਕੇ ਘੁੰਮਦਾ ਰਹਿੰਦਾ। ਇਹ ਹਾਲਤ ਇਸ ਦੀ ਹੁੰਦੀ ਹੈ। ਨਾਨਾ ਰੂਪ ਜਿਉ ਸਵਾਂਗੀ ਦਿਖਾਵੈ। ਮਹਾਰਾਜ ਕਹਿੰਦੇ ਜਿਵੇਂ ਇੱਕ ਸਵਾਂਗੀ ਬਹੁਤ ਸਾਰੇ ਸਰੂਪ ਬਣਾ ਕੇ ਦਿਖਾਉਂਦਾ ਨਾ। ਜਿਹੜਾ ਸਵਾਂਗੀ ਹੁੰਦਾ, ਜਿਹੜਾ ਆ ਬਹੁਰੂਪੀਏ ਜੇ ਆਪਾਂ ਦੇਖਦੇ ਹੁੰਦੇ, ਕਦੇ ਹਨੂਮਾਨ ਬਣ ਗਿਆ, ਕਦੇ ਰਾਵਣ ਬਣ ਗਿਆ, ਕਦੇ ਕੁਝ ਬਣ ਜਾਂਦੇ, ਕਦੇ ਕੁਝ ਬਣ ਜਾਂਦੇ। ਪਰ ਅਸਲ ਦੇ ਵਿੱਚ ਬੰਦਾ ਤਾਂ ਉਹੀ ਹੁੰਦਾ ਨਾ, ਹੁੰਦਾ ਉਹੀ ਹੈ, ਪਰ ਬਹੁਤੇ ਰੂਪ ਬਣਾ ਕੇ ਲੋਕਾਂ ਨੂੰ ਦਿਖਾਉਂਦਾ। ਇਸੇ ਤਰ੍ਹਾਂ ਜੀਵ ਉਹੀ ਹੈ, ਇਹ ਹੈ ਇਹਦੇ ਅੰਦਰ ਉਹੀ ਜੋਤ ਹੈ, ਪ੍ਰਮਾਤਮਾ ਦੀ ਉਹੀ ਜੀਵ ਹੈ, ਪਰ ਅਨੇਕਾਂ ਰੂਪ ਬਣਾ ਕੇ ਅਨੇਕਾਂ ਜੂਨਾਂ ਦੇ ਵਿੱਚ ਭਰਮਦਾ ਰਹਿੰਦਾ। ਮਹਾਰਾਜ ਕਹਿੰਦੇ ਕਿ ਹੈ ਇਹਦੇ ਅੰਦਰ ਉਹੀ ਰਹਿੰਦੀ ਹੈ ਜੋਤ, ਅਸਲ ਇਹਦਾ ਮੂਲ ਉਹੀ ਹੈ। ਮਹਾਰਾਜ ਕਹਿੰਦੇ ਅੱਗੇ ਮਹਾਰਾਜ ਕਹਿੰਦੇ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ। ਜਿਵੇਂ ਪ੍ਰਭੂ ਨੂੰ ਭਾਉਂਦਾ ਅਸਲ ਦੇ ਵਿੱਚ ਉਹ ਉਦਾਂ ਹੀ ਨਚਾਉਂਦਾ ਇਸ ਜੀਵ ਨੂੰ, ਇਸ ਜੀਵ ਤੋਂ ਉਦਾਂ ਹੀ ਕਰਾਉਂਦਾ ਜਿਵੇਂ ਪ੍ਰਮਾਤਮਾ ਨੂੰ ਭਾਉਂਦਾ ਚੰਗਾ ਲੱਗਦਾ। ਜੋ ਤਿਸ ਭਾਵੈ ਸੋਈ ਹੋਏ। ਮਹਾਰਾਜ ਕਹਿੰਦੇ ਜੋ ਤਿਸ ਵਾਹਿਗੁਰੂ ਨੂੰ ਭਾਉਂਦਾ ਉਹੀ ਹੁੰਦਾ, ਨਾਨਕ ਦੂਜਾ ਅਵਰ ਨਾ ਕੋਈ। ਮਹਾਰਾਜ ਕਹਿੰਦੇ ਦੁਨੀਆ ਦੇ ਉੱਤੇ ਹੋਰ ਦੂਜਾ ਕੋਈ ਨਹੀਂ ਹੈ, ਇੱਕ ਆਪੇ ਆਪ ਪਰਮਾਤਮਾ ਹੈ। ਉਹੀ ਹੈ ਸਾਰਿਆਂ ਨੂੰ ਕਾਰਜਾਂ ਤੇ ਲਾਉਣ ਵਾਲਾ, ਸਾਰਿਆਂ ਨੂੰ ਕੰਮਾਂ ਤੇ ਲਾਉਣ ਵਾਲਾ ਉਹੀ ਹੈ। ਜਿਵੇਂ ਚਾਹੁੰਦਾ ਜੀਵਾਂ ਨੂੰ ਨਚਾਉਂਦਾ, ਜਿਵੇਂ ਚਾਹੁੰਦਾ ਜੀਵਾਂ ਤੋਂ ਕੰਮ ਕਰਾਉਂਦਾ, ਉਹ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ ਹੈ। ਉਹ ਆਪ ਹੀ ਕਰਾਉਂਦਾ ਸਾਰਿਆਂ ਨੂੰ, ਇਹ ਆਪ ਆਪਣੀ ਮਰਜ਼ੀ ਨਾਲ ਜੀਵ ਕੁਝ ਨਹੀਂ ਕਰ ਸਕਦਾ। ਇਸ ਤਰ੍ਹਾਂ ਇਹ ਦੋ ਪੌੜੀਆਂ ਤੁਸੀਂ ਸੁਣੀਆਂ ਹੋਈਆਂ। ਬੇਅੰਤ ਗਲਤੀਆਂ ਦੀ ਮਾਫੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।